ਸਤਿ ਸ਼੍ਰੀ ਅਕਾਲ ਜੀ। ਮੇਰੀ ਮਾਂ ਅੰਨੀ ਸੀ। ਜਦੋਂ ਮੈਂ ਘਰ ਆਉਂਦਾ ਤਾਂ ਮਾਂ ਕਹਿੰਦੀ, ਬੇਟਾ ਤੂੰ ਦੁਬਾਰਾ ਆ ਗਿਆ। ਹੁਣੇ ਤਾਂ ਕੁਝ ਦੇਰ ਪਹਿਲਾਂ ਆਏ ਸੀ। ਮੈਨੂੰ ਲੱਗਦਾ ਸੀ ਕਿ ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਆ। ਇੱਕ ਦਿਨ ਮੈਂ ਘਰ ਵਿੱਚ ਚੋਰੀ ਥੋੜ੍ਹਾ ਜਲਦੀ ਨਾਲ ਆ ਗਿਆ ਅਤੇ ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰੀ ਪਤਨੀ ਤਾਂ ਮੈਂ ਰੋਜ਼ ਦੀ ਤਰ੍ਹਾਂ ਸ਼ਾਮ 6 ਵਜੇ ਕੰਮ ਤੋਂ ਵਾਪਸ ਆਇਆ ਕਰਦਾ ਸੀ। ਘਰ ਵਿੱਚ ਆਉਂਦੇ ਹੀ ਮੈਂ ਉੱਚੀ ਆਵਾਜ਼ ਵਿੱਚ ਮਾਂ ਨੂੰ ਬੁਲਾਉਂਦਾ। ਮੇਰੀ ਮਾਂ, ਜੋ ਆਪਣੇ ਮੰਜੇ 'ਤੇ ਲੇਟੀ ਹੁੰਦੀ, ਮੇਰੀ ਆਵਾਜ਼ ਸੁਣ ਕੇ ਤੁਰੰਤ ਉੱਠ ਕੇ ਬੈਠ ਜਾਂਦੀ। ਉਹਨਾਂ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ ਮੈਂ ਤੁਰੰਤ ਫਿਕਰਮੰਦ ਹੋ ਗਿਆ। ਮੈਂ ਉਹਨਾਂ ਦੇ ਕੋਲ ਆ ਕੇ ਬੈਠ ਗਿਆ। ਮੇਰੀ ਮਾਂ ਨਹੀਂ ਸੀ, ਇਸ ਲਈ ਮੇਰਾ ਚਿਹਰਾ ਹੱਥ ਲਾ ਕੇ ਵੇਖਦੀ। ਉਹ ਮੈਨੂੰ ਪਹਿਲੇ ਤੋਂ ਕਮਜ਼ੋਰ ਲੱਗ ਰਹੀ ਸੀ। ਮੈਨੂੰ ਉੱਥੇ ਮੌਜੂਦ ਪਾ ਕੇ ਉਹ ਬੋਲੀ, ਬੇਟਾ ਸਭ ਠੀਕ ਤਾਂ ਹੈ? ਇੰਨੀ ਜਲਦੀ ਵਾਪਸ ਆ ਗਿਆ, ਕੀ ਕੁਝ ਭੁੱਲ ਤਾਂ ਨਹੀਂ ਗਿਆ? ਮੈਂ ਮਾਂ ਦੀ ਗੱਲ ਸੁਣ ਕੇ ਉਹਨਾਂ ਦੇ ਵੱਲ ਹੈਰਾਨੀ ਨਾਲ ਵੇਖਣ ਲੱਗਾ। ਮੈਂ ਤਾਂ ਸਵੇਰੇ 9 ਵਜੇ ਦਾ ਘਰ ਤੋਂ ਨਿਕਲਿਆ ਹਾਂ, ਹੁਣ ਵਾਪਸ ਆਇਆ ਹਾਂ। ਮੈਂ ਉਹਨਾਂ ਦੇ ਕੋਲ ਗਿਆ ਅਤੇ ਉਹਨਾਂ ਦੇ ਮੱਥੇ ਨੂੰ ਚੁੰਮ ਕੇ ਬੋਲਿਆ, ਮਾਂ ਮੈਂ ਤਾਂ ਸਵੇਰ ਦਾ ਗਿਆ ਸਾਂ ਅਤੇ ਹੁਣ ਘਰ ਆਇਆ ਹਾਂ। ਮੇਰੀ ਗੱਲ ਸੁਣ ਕੇ ਉਹ ਥੋੜ੍ਹਾ ਚੌਂਕ ਗਈ ਅਤੇ ਝੱਟ ਬੋਲੀ, ਨਹੀਂ ਬੇਟਾ, ਹੁਣ ਅੱਧਾ ਘੰਟਾ ਪਹਿਲਾਂ ਤੂੰ ਮੇਰੇ ਕੋਲ ਬੈਠ ਕੇ ਗੱਲਾਂ ਕਰ ਰਿਹਾ ਸੀ ਅਤੇ ਫਿਰ ਨੇਹਾ ਦੇ ਨਾਲ ਗੱਲ ਕਰਕੇ ਤੂੰ ਕਿਸੇ ਕੰਮ ਤੋਂ ਬਾਹਰ ਨਿਕਲ ਗਿਆ। ਮੈਂ ਹੈਰਾਨੀ ਨਾਲ ਮਾਂ ਨੂੰ ਵੇਖਣ ਲੱਗਾ। ਆਖਿਰ ਉਹ ਕੀ ਕਹਿਣਾ ਚਾਹੁੰਦੀ ਸੀ? ਉਦੋਂ ਮੇਰੀ ਪਤਨੀ ਰਸੋਈ ਵਿੱਚੋਂ ਖਾਣਾ ਲੈ ਕੇ ਬਾਹਰ ਨਿਕਲੀ ਅਤੇ ਦੁਖੀ ਹੋ ਕੇ ਕਹਿਣ ਲੱਗੀ, ਸੁਰੇਸ਼ ਤੁਸੀਂ ਹੀ ਸਮਝਾਓ ਮਾਂ ਜੀ ਨੂੰ, ਮੇਰੀ ਤਾਂ ਕੋਈ ਗੱਲ ਨਹੀਂ ਸੁਣਦੀ। ਹੁਣ ਇਹ ਤੀਸਰੀ ਵਾਰ ਇਹਨਾਂ ਦੀ ਪਸੰਦ ਦਾ ਖਾਣਾ ਬਣਾ ਕੇ ਲਿਆਈ ਹਾਂ। ਹੁਣ ਤੁਸੀਂ ਇਹਨਾਂ ਨੂੰ ਸਮਝਾਓ, ਇਹ ਵਾਰ-ਵਾਰ ਭੁੱਲ ਜਾਂਦੇ ਨੇ। ਕਹਿੰਦੇ ਨੇ ਕਿ ਤੂੰ ਮੈਨੂੰ ਖਾਣਾ ਨਹੀਂ ਪੁੱਛਿਆ। ਉਹ ਤਾਂ ਸੁਰੇਸ਼ ਹੈ ਜੋ ਮੈਨੂੰ ਖਾਣੇ ਦੇ ਬਾਰੇ ਪੁੱਛਦਾ ਹੈ, ਹਾਲਾਂਕਿ ਤੁਸੀਂ ਤਾਂ ਹੁਣ ਆਏ ਹੋ। ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਉਦਾਸੀ ਨਾਲ ਮਾਂ ਨੂੰ ਸਮਝਾਇਆ ਕਿ ਮਾਂ ਤੁਸੀਂ ਵਕਤ 'ਤੇ ਖਾਣਾ ਤੇ ਦਵਾਈ ਕਿਉਂ ਨਹੀਂ ਖਾਧੀ? ਇੰਨੀ ਚੰਗੀ ਅਤੇ ਖਿਆਲ ਰੱਖਣ ਵਾਲੀ ਨੂੰਹ ਤੁਹਾਨੂੰ ਮਿਲੀ ਹੈ, ਇਸ ਦੇ ਬਾਵਜੂਦ ਤੁਸੀਂ ਆਪਣਾ ਖਿਆਲ ਨਹੀਂ ਰੱਖਦੇ। ਮੇਰੀ ਮਾਂ ਦੀ ਜ਼ਿਆਦਾ ਉਮਰ ਹੋ ਚੁੱਕੀ ਸੀ, ਇਸ ਲਈ ਉਹਨਾਂ ਨੂੰ ਭੁੱਲਣ ਦੀ ਆਦਤ ਹੋ ਚੁੱਕੀ ਸੀ। ਮੇਰੀ ਮਾਂ ਕੁਝ ਦੇਰ ਲਈ ਖਾਮੋਸ਼ ਹੋ ਗਈ ਅਤੇ ਬੋਲੀ ਕਿ ਮੇਰਾ ਦਿਲ ਤੇਰੇ ਹੱਥਾਂ ਨਾਲ ਖਾਣ ਨੂੰ ਚਾਹ ਰਿਹਾ ਸੀ, ਬਸ ਸ਼ਾਇਦ ਇਸ ਲਈ ਮੈਂ ਨੇਹਾ ਨੂੰ ਮਨਾ ਕਰ ਦਿੱਤਾ ਹੋਵੇਗਾ, ਮੈਨੂੰ ਯਾਦ ਨਹੀਂ। ਮਾਂ ਦੀ ਗੱਲ ਸੁਣ ਕੇ ਮੈਂ ਮੁਸਕਰਾਇਆ ਅਤੇ ਉਹਨਾਂ ਨੂੰ ਖਾਣਾ ਖਿਲਾਉਣ ਲੱਗਾ। ਮੇਰੀ ਮਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਚੁੱਕੀ ਸੀ, ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ, ਪਰ ਮਾਂ ਮਹਿਸੂਸ ਸਭ ਕਰ ਲੈਂਦੀ ਸੀ। ਮੇਰੇ ਦਿਮਾਗ ਵਿੱਚ ਮਾਂ ਦੇ ਉਹੀ ਸ਼ਬਦ ਚੱਲ ਰਹੇ ਸੀ, ਕਿਉਂਕਿ ਅੱਜ ਇਹ ਤੀਸਰੀ ਵਾਰ ਸੀ ਜਦੋਂ ਮਾਂ ਨੇ ਮੈਨੂੰ ਇੱਦਾਂ ਕਿਹਾ ਸੀ। ਇਸ ਤੋਂ ਪਹਿਲਾਂ ਵੀ ਇੱਦਾਂ ਹੋ ਚੁੱਕਿਆ ਸੀ। ਮੈਨੂੰ ਸੋਚਾਂ ਵਿੱਚ ਗੁੰਮ ਦੇਖ ਕੇ ਮੇਰੀ ਪਤਨੀ ਪੁੱਛਣ ਲੱਗੀ ਤਾਂ ਮੈਂ ਉਸ ਨੂੰ ਆਪਣੀ ਮਾਂ ਦੀ ਗੱਲ ਬਾਰੇ ਦੱਸਿਆ। ਉਸਨੇ ਨਜ਼ਰ ਫੇਰ ਕੇ ਇੱਕ ਲੰਮਾ ਸਾਹ ਲਿਆ ਤੇ ਬੋਲੀ, ਸੁਰੇਸ਼ ਤੁਹਾਡੇ ਆਉਣ ਤੋਂ ਪਹਿਲਾਂ ਮਾਂ ਸੋ ਰਹੀ ਸੀ। ਮਾਂ ਜ਼ਿਆਦਾ ਉਮਰ ਦੀ ਹੋ ਗਈ ਹੈ। ਹੁਣ ਮਾਂ ਨੇ ਜੋ ਸੁਪਨੇ ਵਿੱਚ ਵੇਖਿਆ ਹੋਣਾ, ਉਹੀ ਹਕੀਕਤ ਸਮਝ ਕੇ ਕਹਿ ਦਿੱਤਾ ਹੋਵੇਗਾ। ਹੁਣ ਦੇਖੋ ਨਾ, ਖੁਦ ਹੀ ਕਹਿ ਰਹੀ ਸੀ ਕਿ ਮੈਨੂੰ ਯਾਦ ਨਹੀਂ ਕਿ ਮੈਂ ਉਹਨਾਂ ਨੂੰ ਖਾਣੇ ਦਾ ਪੁੱਛਿਆ ਹੈ। ਆਪਣੀ ਪਤਨੀ ਦੀ ਗੱਲ ਸੁਣ ਕੇ ਉਸ ਵੇਲੇ ਤਾਂ ਮੈਂ ਸਿਰੇ ਹਿਲਾ ਦਿੱਤਾ। ਅਗਲੇ ਦਿਨ ਜਦੋਂ ਮੈਂ ਕੰਮ ਤੋਂ ਘਰ ਵਾਪਸ ਆਇਆ ਤਾਂ ਬਹੁਤ ਹੀ ਅਜੀਬ ਵਾਕਿਆ ਹੋਇਆ। ਮੇਰੀ ਮਾਂ ਛੱਤ 'ਤੇ ਉੱਪਰ ਪੌੜੀਆਂ ਦੇ ਕਰੀਬ ਖੜੀ ਸੀ ਅਤੇ ਮਾਂ ਮੈਨੂੰ ਆਵਾਜ਼ਾਂ ਦੇ ਕੇ ਕਹਿ ਰਹੀ ਸੀ, ਸੁਰੇਸ਼ ਬੇਟਾ ਮੇਰੇ ਪੈਰਾਂ ਵਿੱਚ ਦਰਦ ਹੋ ਗਿਆ ਹੈ, ਹੋਰ ਕਿੰਨੀ ਦੇਰ ਮੈਨੂੰ ਖੜੇ ਰਹਿਣਾ ਹੋਵੇਗਾ? ਨੇਹਾ ਜਰਾ ਸਹਾਰਾ ਦੇ ਕੇ ਮੈਨੂੰ ਬਿਸਤਰੇ ਤੱਕ ਲੈ ਜਾ। ਸੁਰੇਸ਼ ਪਤਾ ਨਹੀਂ ਕਿੱਥੇ ਚਲ ਗਿਆ ਹੈ। ਮੈਨੂੰ ਇੱਥੇ ਇਕੱਲਾ ਛੱਡ ਕੇ ਮੇਰਾ ਦਿਲ ਨਿਕਲ ਕੇ ਬਾਹਰ ਆ ਚੁੱਕਿਆ ਸੀ। ਜੇਕਰ ਮਾਂ ਇੱਕ ਵੀ ਕਦਮ ਹੋਰ ਅੱਗੇ ਵਧਾਉਂਦੀ ਤਾਂ ਪੌੜੀਆਂ ਤੋਂ ਹੇਠਾਂ ਡਿੱਗ ਜਾਂਦੀ। ਮੈਂ ਤੁਰੰਤ ਭੱਜ ਕੇ ਉਹਨਾਂ ਦੇ ਕੋਲ ਪਹੁੰਚਿਆ ਅਤੇ ਉਹਨਾਂ ਨੂੰ ਉੱਥੋਂ ਹਟਾਇਆ, ਪਰ ਸਵਾਲ ਇਹ ਸੀ ਕਿ ਮਾਂ ਉੱਥੇ ਉੱਪਰ ਤੱਕ ਪਹੁੰਚੀ ਕਿੱਦਾਂ? ਮਾਂ ਪੌੜੀਆਂ ਤੋਂ ਉਤਰਦੇ ਹੋਏ ਤੁਰੰਤ ਮੈਨੂੰ ਡਾਂਟ ਕੇ ਬੋਲੀ ਸੀ, ਪਿਛਲੇ 1 ਘੰਟੇ ਤੋਂ ਮੈਂ ਇੱਥੇ ਖੜੀ ਹਾਂ, ਪਰ ਤੂੰ ਨਾ ਜਾਣੇ ਮੈਨੂੰ ਛੱਡ ਕੇ ਕਿੱਥੇ ਗਾਇਬ ਹੋ ਜਾਂਦੇ ਹੋ। ਨਾ ਨੇਹਾ ਮੇਰੀ ਗੱਲ ਦਾ ਜਵਾਬ ਦਿੰਦੀ ਹੈ ਤੇ ਨਾ ਤੂੰ। ਮਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਸੀ। ਮੈਂ ਮਾਂ ਨੂੰ ਫਿਰ ਤੋਂ ਯਕੀਨ ਦਿਵਾਇਆ ਕਿ ਮੈਂ ਹੁਣੇ ਆਫਿਸ ਤੋਂ ਵਾਪਸ ਆਇਆ। ਮਾਂ ਦਾ ਅੰਦਾਜ਼ ਦੇਖ ਕੇ ਮੈਨੂੰ ਸੱਚਮੁੱਚ ਫਿਕਰ ਹੋਣ ਲੱਗੀ ਸੀ। ਇੱਕ ਤਾਂ ਮੇਰੀ ਮਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਚੁੱਕੀ ਸੀ ਅਤੇ ਦੂਸਰਾ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਸੀ। ਮੈਨੂੰ ਇਹ ਡਰ ਸਤਾਉਣ ਲੱਗਿਆ ਕਿ ਕਿਤੇ ਉਹ ਕਿਸੇ ਦਿਨ ਇਸੇ ਤਰ੍ਹਾਂ ਪੌੜੀਆਂ ਤੋਂ ਹੇਠਾਂ ਨਾ ਡਿੱਗ ਜਾਣ। ਮੇਰੀ ਪਰੇਸ਼ਾਨੀ ਦੇਖ ਕੇ ਮੇਰੀ ਪਤਨੀ ਪਰੇਸ਼ਾਨ ਹੋ ਗਈ ਅਤੇ ਫਿਰ ਮੇਰੀ ਮਾਂ ਨੂੰ ਉਹਨਾਂ ਦੇ ਕਮਰੇ ਵਿੱਚ ਛੱਡਣ ਚਲੀ ਗਈ ਅਤੇ ਉਹਨਾਂ ਨੂੰ ਕਹਿਣ ਲੱਗੀ, ਮਾਂ ਜੀ ਮੈਂ ਤਾਂ ਤੁਹਾਨੂੰ ਤੁਹਾਡੇ ਕਮਰੇ ਵਿੱਚ ਬਿਠਾ ਕੇ ਨਹਾਉਣ ਗਈ ਸੀ, ਤੁਸੀਂ ਉੱਪਰ ਕਿੱਦਾਂ ਪਹੁੰਚ ਗਏ? ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਨੇਹਾ ਮੇਰੀ ਮਾਂ ਨੂੰ ਕਹਿ ਰਹੀ ਸੀ। ਇਸ ਦਾ ਮਤਲਬ ਨੇਹਾ ਨੂੰ ਪਤਾ ਨਹੀਂ ਸੀ। ਮੇਰੀ ਮਾਂ ਨੇਹਾ ਨੂੰ ਕਹਿਣ ਲੱਗੀ, ਇਹ ਸੁਰੇਸ਼ ਹੀ ਤਾਂ ਮੈਨੂੰ ਆਪਣੇ ਨਾਲ ਛੱਤ 'ਤੇ ਲੈ ਗਿਆ ਸੀ। ਮੇਰੀ ਮਾਂ ਨਾ ਜਾਣੇ ਕੀ ਨਜ਼ਰ ਆਉਂਦਾ ਸੀ। ਨੇਹਾ ਉਹਨਾਂ ਨੂੰ ਕਮਰੇ ਵਿੱਚ ਛੱਡ ਕੇ ਫਿਰ ਮੇਰੇ ਕੋਲ ਆ ਕੇ ਬੈਠ ਗਈ ਤੇ ਬੋਲੀ, ਦੇਖ ਲਓ ਆਪਣੀ ਮਾਂ ਦੀਆਂ ਹਰਕਤਾਂ, ਜੇਕਰ ਰੱਬ ਨਾ ਚਾਹੇ ਉੱਪਰ ਤੋਂ ਡਿੱਗ ਜਾਂਦੀ ਤਾਂ ਮੇਰੇ ਉੱਪਰ ਇਲਜ਼ਾਮ ਆ ਜਾਂਦਾ ਕਿ ਮੈਂ ਖਿਆਲ ਨਹੀਂ ਰੱਖਿਆ। ਨੇਹਾ ਦੀ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਕਿ ਮੈਂ ਆਪਣੀ ਮਾਂ ਦੀ ਇਸ ਬਿਮਾਰੀ ਦਾ ਕੀ ਇਲਾਜ ਕਰਵਾਵਾਂ। ਮੈਂ ਕਈ ਚੰਗੇ ਡਾਕਟਰਾਂ ਨੂੰ ਦਿਖਾਇਆ ਸੀ, ਪਰ ਉਹ ਕਹਿੰਦੇ ਸੀ ਕਿ ਉਮਰ ਦੀ ਵਜ੍ਹਾ ਨਾਲ ਹੈ। ਮੇਰੀ ਪਤਨੀ ਬੋਲੀ, ਜ਼ਿਆਦਾ ਨਾ ਸੋਚੋ, ਤੁਹਾਡੀ ਮਾਂ ਨੂੰ ਨਜ਼ਰ ਤਾਂ ਕੁਝ ਆਉਂਦਾ ਨਹੀਂ। ਹੁਣ ਉਮਰ ਦੇ ਨਾਲ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਵੀ ਹੁੰਦੀ ਜਾ ਰਹੀ ਹੈ, ਤਾਂ ਹੀ ਤਾਂ ਇੱਦਾਂ ਕਹਿੰਦੀ ਰਹਿੰਦੀ ਹੈ।
ਨੇਹਾ ਦੀ ਗੱਲ ਠੀਕ ਸੀ। ਮੈਂ ਮਾਂ ਨੂੰ ਖਾਣਾ ਖਵਾਇਆ ਤੇ ਦਵਾਈ ਦੇ ਕੇ ਸਵਾ ਦਿੱਤਾ। ਮੈਂ ਇਸੇ ਉਲਝਣ ਵਿੱਚ ਸੀ ਕਿ ਮਾਂ ਉੱਠੀ ਅਤੇ ਕਹਿਣ ਲੱਗੀ, ਬੇਟਾ ਮੈਨੂੰ ਦਵਾਈਆਂ ਦੇ ਦਿਓ, ਸਵੇਰ ਤੋਂ ਨਹੀਂ ਖਾਧੀਆਂ। ਮੈਂ ਬਸ ਖਾਮੋਸ਼ੀ ਨਾਲ ਇੱਕ ਸਾਹ ਭਰ ਕੇ ਰਹਿ ਗਿਆ। ਮੇਰੀ ਪਤਨੀ ਦਾ ਕਹਿਣਾ ਸਹੀ ਸੀ ਕਿ ਮਾਂ ਨੂੰ ਭੁੱਲਣ ਦੀ ਬਿਮਾਰੀ ਲੱਗ ਚੁੱਕੀ ਸੀ। ਨਹੀਂ ਤਾਂ ਦਵਾਈ ਤਾਂ ਮੈਂ ਉਹਨਾਂ ਨੂੰ ਖੁਦ ਹੀ ਦੇ ਦਿੱਤੀ ਸੀ। ਕੁਝ ਦੇਰ ਪਹਿਲਾਂ ਮੈਂ ਮਾਂ ਦੇ ਕਮਰੇ ਵਿੱਚ ਜਾਣ ਲੱਗਾ ਤਾਂ ਮੇਰੀ ਨਜ਼ਰ ਇੱਕ ਚੀਜ਼ 'ਤੇ ਪਈ। ਮੈਂ ਕਾਹਲੀ ਕਾਹਲੀ ਨਾਲ ਬੈੱਡ ਤੋਂ ਉੱਠ ਕੇ ਡਰੈਸਿੰਗ ਟੇਬਲ 'ਤੇ ਕੋਲ ਪਹੁੰਚਿਆ, ਜਿਸ ਦੀ ਦਰਾਜ਼ ਵਿੱਚ ਮੇਰਾ ਪਸੰਦੀਦਾ ਪਰਫਿਊਮ ਪਿਆ ਸੀ। ਮੇਰੀ ਆਦਤ ਸੀ ਕਿ ਮੈਂ ਇੱਕ ਹੀ ਤਰ੍ਹਾਂ ਦੀ ਖੁਸ਼ਬੂ ਲਗਾਉਂਦਾ ਸੀ। ਮੇਰੇ ਕੋਲ ਕਈ ਪਰਫਿਊਮ ਸੀ, ਪਰ ਇਹ ਮਾਂ ਦੇ ਕਮਰੇ ਵਿੱਚ ਕਿੱਦਾਂ ਆਇਆ ਸੀ? ਮੈਂ ਪਰੇਸ਼ਾਨ ਹੁੰਦੇ ਹੋਏ ਉੱਥੋਂ ਉੱਠਿਆ ਤੇ ਆਪਣੇ ਕਮਰੇ ਵਿੱਚ ਆ ਗਿਆ। 2 ਦਿਨ ਤਾਂ ਇੱਦਾਂ ਹੀ ਗੁਜ਼ਰ ਗਏ। ਤੀਸਰੇ ਦਿਨ ਮੇਰਾ ਕੰਮ ਜਲਦੀ ਖਤਮ ਹੋ ਗਿਆ। ਮੈਂ ਖੁਸ਼ੀ-ਖੁਸ਼ੀ ਘਰ ਦੇ ਲਈ ਰਵਾਨਾ ਹੋ ਗਿਆ। ਅਸੀਂ ਬਹੁਤ ਹੀ ਘੱਟ ਬਾਹਰ ਜਾਂਦੇ ਸੀ। ਨੇਹਾ ਬਹੁਤ ਚੰਗੀ ਪਤਨੀ ਸਾਬਤ ਹੋਈ ਸੀ। ਉਸਨੇ ਅੱਜ ਤੱਕ ਮੈਨੂੰ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਸੀ ਕਿ ਮੈਂ ਉਸ ਨੂੰ ਕਿਉਂ ਬਾਹਰ ਨਹੀਂ ਲੈ ਕੇ ਜਾਂਦਾ। ਮੈਂ ਹੁੰਦੇ ਹੋਏ ਨੇਹਾ ਦੇ ਲਈ ਗੁਲਾਬ ਅਤੇ ਗਜਰੇ ਵੀ ਲੈ ਕੇ ਆਇਆ ਸੀ। ਅਜੇ ਮੈਂ ਘਰ ਵਿੱਚ ਹੀ ਦਾਖਲ ਹੋਇਆ ਸੀ ਕਿ ਅੰਦਰ ਤੋਂ ਕੁਝ ਆਵਾਜ਼ਾਂ ਆਉਣ ਲੱਗੀਆਂ, ਜਿਨ੍ਹਾਂ ਨੂੰ ਸੁਣ ਕੇ ਮੇਰੇ ਕਦਮ ਉੱਥੇ ਹੀ ਰੁਕ ਗਏ। ਮੇਰੀ ਮਾਂ ਦਾ ਇਹ ਰਵੱਈਆ ਬਿਲਕੁਲ ਵੀ ਚੰਗਾ ਨਹੀਂ ਸੀ। ਉਹ ਨੇਹਾ ਨੂੰ ਝਿੜਕਾਂ ਦੇ ਰਹੀ ਸੀ, ਜਦ ਕਿ ਨੇਹਾ ਖਾਮੋਸ਼ੀ ਨਾਲ ਸਿਰ ਝੁਕਾਏ ਉਹਨਾਂ ਦੇ ਸਾਹਮਣੇ ਖੜੀ ਸੀ। ਮੈਂ ਅੰਦਰ ਗਿਆ ਤਾਂ ਮੇਰੇ ਕਦਮਾਂ ਦੀ ਆਵਾਜ਼ ਸੁਣ ਕੇ ਮਾਂ ਤੁਰੰਤ ਖਾਮੋਸ਼ ਹੋ ਗਈ ਅਤੇ ਰੋਣ ਲੱਗੀ। ਰੋਂਦੇ ਰੋਂਦੇ ਬੋਲੀ ਕਿ ਤੇਰੀ ਪਤਨੀ ਨੇ ਮੇਰਾ ਹੱਥ ਸਾੜ ਦਿੱਤਾ। ਦੇਖੋ, ਮੈਂ ਇਸ ਨੂੰ ਸਿਰਫ ਇੰਨਾ ਕਿਹਾ ਸੀ ਕਿ ਮੈਨੂੰ ਭੁੱਖ ਲੱਗੀ ਹੈ, ਮੈਨੂੰ ਕੁਝ ਖਾਣ ਲਈ ਦੇ ਦਿਓ, ਪਰ ਇਸ ਨੇ ਮੇਰੇ ਹੱਥ 'ਤੇ ਗਰਮ ਪ੍ਰੈਸ ਰੱਖ ਦਿੱਤੀ। ਮਾਂ ਰੋ ਰਹੀ ਸੀ, ਪਰ ਉਸ ਵਕਤ ਮੇਰੇ ਉੱਤੇ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੋਇਆ ਸੀ। ਮੈਨੂੰ ਮਾਂ ਤੋਂ ਇਹ ਬਿਲਕੁਲ ਉਮੀਦ ਨਹੀਂ ਸੀ। ਅੱਧਾ ਖਾਧਾ ਹੋਇਆ ਖਾਣਾ ਉਹਨਾਂ ਦੇ ਕੋਲ ਪਿਆ ਸੀ, ਕੁਝ ਖਾਣਾ ਉਹਨਾਂ ਦੇ ਕੱਪੜਿਆਂ 'ਤੇ ਵੀ ਡਿੱਗਿਆ ਹੋਇਆ ਸੀ। ਰਹੀ ਗੱਲ ਉਹਨਾਂ ਦੇ ਹੱਥ ਦੀ, ਤਾਂ ਉਹ ਲਾਲ ਸੀ, ਸੜੇ ਨਹੀਂ ਸੀ। ਨੇਹਾ ਸਿਰ ਝੁਕਾਏ ਰੋ ਰਹੀ ਸੀ ਅਤੇ ਫਿਰ ਰੋਂਦੇ ਰੋਂਦੇ ਬੋਲੀ, ਦੇਖ ਲਿਆ ਤੁਸੀਂ ਸੁਰੇਸ਼, ਮੈਂ ਤੁਹਾਡੀ ਮਾਂ ਦੀ ਹਰ ਤਰ੍ਹਾਂ ਦੀ ਸੇਵਾ ਕੀਤੀ ਹੈ, ਨਹੀਂ ਤਾਂ ਕਿਹੜੀ ਨੂੰਹ ਆਪਣੀ ਅੰਨੀ ਅਤੇ ਭੁਲੱਕੜ ਸੱਸ ਦੀ ਇੰਨੀ ਦੇਖਭਾਲ ਕਰਦੀ ਹੈ। ਇਸ ਉਮਰ ਵਿੱਚ ਇਹਨਾਂ ਨੂੰ ਰੱਬ ਨੂੰ ਯਾਦ ਕਰਨਾ ਚਾਹੀਦਾ, ਪਰ ਇਹ ਜਾਣ ਬੁੱਝ ਕੇ ਤੁਹਾਨੂੰ ਮੇਰੇ ਖਿਲਾਫ ਕਰਨ ਵਿੱਚ ਲੱਗੀ ਰਹਿੰਦੀ ਹੈ। ਨੇਹਾ ਦੀ ਗੱਲ ਸੁਣ ਕੇ ਮੇਰੀ ਮਾਂ ਦਾ ਰੰਗ ਉੱਡ ਗਿਆ। ਉਹ ਬੁਖਲਾਹਟ ਦਾ ਸ਼ਿਕਾਰ ਹੁੰਦੇ ਹੋਏ ਗੱਲਾਂ ਘੁਮਾਉਣ ਲੱਗੀ, ਪਰ ਮੈਂ ਕੁਝ ਵੀ ਸੁਣੇ ਬਗੈਰ ਆਪਣੇ ਕਮਰੇ ਵਿੱਚ ਆ ਗਿਆ। ਮੇਰਾ ਸਾਰਾ ਸਰਪ੍ਰਾਈਜ਼ ਅਤੇ ਇੰਨਾ ਵਧੀਆ ਮੂਡ ਸਭ ਖਰਾਬ ਹੋ ਚੁੱਕਿਆ ਸੀ। ਮੇਰੇ ਦਿਲ ਵਿੱਚ ਮੇਰੀ ਮਾਂ ਦੇ ਲਈ ਹੁਣ ਉਲਝਣਾਂ ਵਧਣ ਲੱਗੀਆਂ। ਮੈਂ ਅੱਖਾਂ ਦੇਖੀ ਗੱਲ ਨੂੰ ਝੁਠਲਾ ਨਹੀਂ ਸਕਦਾ ਸੀ। ਫਿਰ ਮੈਂ ਨੇਹਾ ਤੇ ਆਪਣੀ ਮਾਂ ਦੇ ਵੱਲੋਂ ਮਾफ़ੀ ਮੰਗੀ, ਜਿਸ ਤੇ ਉਹ ਬੋਲੀ ਕਿ ਕੋਈ ਗੱਲ ਨਹੀਂ। ਉਸ ਦਾ ਇੰਨਾ ਵੱਡਾ ਦਿਲ ਦੇਖ ਕੇ ਮੇਰੇ ਦਿਲ ਵਿੱਚ ਨੇਹਾ ਲਈ ਹੋਰ ਮੁਹੱਬਤ ਵਧਣ ਲੱਗੀ। ਪਰ ਉਹ ਉਦਾਸ ਹੋ ਕੇ ਬੋਲੀ, ਸੁਰੇਸ਼, ਮੇਰੇ ਨਾਲ ਵਾਅਦਾ ਕਰੋ ਕਿ ਕਦੀ ਵੀ ਮਾਂ ਦੀਆਂ ਗੱਲਾਂ ਵਿੱਚ ਆ ਕੇ ਮੇਰੇ ਨਾਲ ਨਾਰਾਜ਼ ਨਹੀਂ ਹੋਵੋਗੇ। ਮੈਂ ਨੇਹਾ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦਾ ਸੀ। ਇੱਦਾਂ ਭਲਾ ਕਿੱਦਾਂ ਮੁਮਕਿਨ ਸੀ ਮੈਂ ਕਿਸੇ ਦੀਆਂ ਵੀ ਗੱਲਾਂ ਵਿੱਚ ਆ ਕੇ ਉਸ ਤੋਂ ਦੂਰ ਹੁੰਦਾ। ਮੈਂ ਉਸ ਨੂੰ ਯਕੀਨ ਦਿਵਾਇਆ ਕਿ ਇੱਦਾਂ ਕਦੀ ਨਹੀਂ ਹੋਵੇਗਾ। ਮੈਂ ਹੁਣ ਮਾਂ ਦੇ ਨਾਲ ਬਹੁਤ ਘੱਟ ਗੱਲ ਕਰਦਾ ਸੀ। ਸਵੇਰੇ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਚਲਿਆ ਜਾਂਦਾ ਅਤੇ ਰਾਤ ਨੂੰ ਆ ਕੇ ਉਹਨਾਂ ਨਾਲ ਥੋੜ੍ਹੀ ਜਿਹੀ ਗੱਲ ਕਰਕੇ ਸੋ ਜਾਂਦਾ ਸੀ। ਪਰ ਉਹਨਾਂ ਦਾ ਵਿਹਾਰ ਹਜੇ ਵੀ ਉੱਦਾਂ ਦਾ ਹੀ ਸੀ, ਜੋ ਅਕਸਰ ਮੈਨੂੰ ਸੋਚ ਵਿੱਚ ਪਾ ਦਿੰਦਾ ਸੀ। ਇੱਕ ਸ਼ਾਮ ਜਦੋਂ ਮੈਂ ਕੰਮ ਤੋਂ ਵਾਪਸ ਆਇਆ ਤੇ ਮੇਰੀ ਮਾਂ ਮੈਨੂੰ ਘਰ ਪਾ ਕੇ ਬੋਲੀ, ਬੇਟਾ ਤੂੰ ਇੰਨੀ ਜਲਦੀ ਮੁੰਬਈ ਤੋਂ ਵਾਪਸ ਵੀ ਆ ਗਿਆ? ਮਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਹੋਇਆ ਤੇ ਮੁਸਕਰਾ ਕੇ ਬੋਲਿਆ ਕਿ ਅੱਜ ਫਿਰ ਤੁਸੀਂ ਸੁਪਨਾ ਦੇਖ ਲਿਆ? ਮੇਰੇ ਸਵਾਲ 'ਤੇ ਉਹ ਖਾਮੋਸ਼ ਹੋ ਗਈ ਤੇ ਫਿਰ ਕੁਝ ਸੋਚ ਕੇ ਬੋਲੀ ਕਿ ਨਹੀਂ ਬੇਟਾ, ਸੁਪਨਾ ਤਾਂ ਨਹੀਂ ਸੀ। ਤੂੰ ਮੇਰੇ ਸਾਹਮਣੇ ਬੈਠੇ ਨੇਹਾ ਦੇ ਨਾਲ ਗੱਲਾਂ ਕਰ ਰਹੇ ਸੀ ਕਿ ਤੂੰ ਅੱਜ ਰਾਤ ਮੁੰਬਈ ਜਾ ਰਹੇ ਹੋ ਅਤੇ ਜਦੋਂ ਵਾਪਸ ਆਓਗੇ ਤਾਂ ਕੁਝ ਦਿਨਾਂ ਦੇ ਲਈ ਨੇਹਾ ਨੂੰ ਘੁਮਾਉਣ ਲੈ ਕੇ ਜਾਓਗੇ। ਮਾਂ ਦੀ ਇੰਨੀ ਲੰਮੀ ਗੱਲ ਸੁਣ ਕੇ ਮੈਂ ਸੋਚ ਵਿੱਚ ਪੈ ਗਿਆ ਕਿ ਇਹ ਸੁਪਨਾ ਸੀ ਜਾਂ ਹਕੀਕਤ। ਮੈਂ ਤਾਂ ਇੱਦਾਂ ਦਾ ਕੁਝ ਨਹੀਂ ਕਿਹਾ ਸੀ। ਨਾ ਚਾਹੁੰਦੇ ਹੋਏ ਵੀ ਮੈਂ ਮਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਹੱਸਦੇ ਹੋਏ ਬੋਲਿਆ ਕਿ ਹੋਰ ਕੀ ਕਿਹਾ ਸੀ ਮੈਂ? ਮਾਂ ਫਿੱਕੀ ਜਿਹੀ ਹੱਸਦੀ ਹੋਈ ਬੋਲੀ, ਤਾਨੇ ਨਾ ਮਾਰੋ, ਜਾਓ ਜਾ ਕੇ ਆਰਾਮ ਕਰੋ। ਜਾਣਦੀ ਹਾਂ ਕਿ ਤੂੰ ਮੇਰੇ 'ਤੇ ਯਕੀਨ ਨਹੀਂ ਕਰੇਂਗਾ, ਮੇਰਾ ਮਜ਼ਾਕ ਨਾ ਉਡਾ। ਆਖਿਰ ਮਾਂ ਹਾਂ ਤੇਰੀ। ਮਾਂ ਦੇ ਸ਼ਬਦ ਮੇਰੇ ਉੱਪਰ ਤੀਰ ਵਾਂਗੂ ਲੱਗ ਰਹੇ ਸੀ। ਮੈਂ ਕੁਝ ਕਹਿਣਾ ਚਾਹੁੰਦਾ ਸੀ, ਪਰ ਮੇਰੇ ਸ਼ਬਦ ਮੂੰਹ ਵਿੱਚ ਹੀ ਦਮ ਤੋੜ ਗਏ। ਮੈਂ ਬਿਨਾਂ ਕੁਝ ਬੋਲੇ ਆਪਣੇ ਕਮਰੇ ਵਿੱਚ ਚਲਾ ਗਿਆ। ਮੇਰੇ ਦਿਮਾਗ ਵਿੱਚ ਕਈ ਸੋਚਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਸੀ। ਮੈਂ ਹੁਣ ਤੱਕ ਕਹਾਣੀ ਨੂੰ ਇੱਕ ਸਾਈਡ ਤੋਂ ਦੇਖ ਰਿਹਾ ਸੀ। ਮੈਨੂੰ ਕਹਾਣੀ ਦੀ ਦੂਸਰੀ ਸਾਈਡ ਤੋਂ ਵੀ ਪਰਦਾ ਹਟਾਉਣਾ ਚਾਹੀਦਾ ਹੈ। ਮੈਂ ਹੁਣ ਇਸ ਸੋਚ ਵਿੱਚ ਗੁੰਮ ਹੋ ਚੁੱਕਿਆ ਸੀ ਕਿ ਇੱਕ ਹੀ ਆਦਮੀ ਨੂੰ ਰੋਜ਼-ਰੋਜ਼ ਇੱਕੋ ਜਿਹਾ ਸੁਪਨਾ ਭਲਾ ਕਿੱਦਾਂ ਆ ਸਕਦਾ ਹੈ। ਕੋਈ ਤਾਂ ਗੜਬੜ ਜ਼ਰੂਰ ਸੀ। ਮੇਰੀ ਮਾਂ ਮੇਰੇ ਵਿਆਹ ਤੋਂ ਪਹਿਲਾਂ ਤਾਂ ਇੰਨੀਆਂ ਜ਼ਿਆਦਾ ਬਹਿਕੀਆਂ ਹੋਈਆਂ ਗੱਲਾਂ ਨਹੀਂ ਕਰਦੀ ਸੀ। ਮੇਰਾ ਦਿਮਾਗ ਇਸ ਵਕਤ ਜਿੱਦਾਂ ਇਸੇ ਗੱਲ 'ਤੇ ਰੁਕ ਗਿਆ ਸੀ। ਅਗਲੇ 2 ਦਿਨ ਇੱਦਾਂ ਹੀ ਗੁਜ਼ਰ ਗਏ। ਤੀਸਰੇ ਦਿਨ ਜਦੋਂ ਮੈਂ ਕੰਮ ਦੇ ਲਈ ਨਿਕਲਿਆ ਤਾਂ ਮੇਰੇ ਉੱਪਰ ਕੁਝ ਚੋਰਾਂ ਨੇ ਹਮਲਾ ਕਰ ਦਿੱਤਾ। ਉਹ ਮੇਰੇ ਕੋਲੋਂ ਗਨ ਪੁਆਇੰਟ ਦੇ ਪੈਸੇ ਅਤੇ ਮੋਬਾਈਲ ਖੋਹ ਕੇ ਲੈ ਗਏ। ਮੇਰਾ ਦਿਲ ਪੂਰੀ ਤਰ੍ਹਾਂ ਘਬਰਾਹਟ ਦਾ ਸ਼ਿਕਾਰ ਹੋ ਚੁੱਕਿਆ ਸੀ। ਮੈਂ ਇੱਦਾਂ ਹੀ ਉਦਾਸ ਸੀ। ਸ਼ਾਮ ਨੂੰ ਘਰ ਆ ਗਿਆ ਤੇ ਮਾਂ ਸਾਹਮਣੇ ਮੰਜੇ 'ਤੇ ਲੇਟੀ ਹੋਈ ਸੀ।
ਅਤੇ ਉਹ ਪੈਰਾਂ ਦੀ ਆਹਟ ਪਾ ਕੇ ਉੱਠ ਬੈਠੀ ਅਤੇ ਬੋਲੀ, ਕੌਣ ਆਇਆ ਹੈ? ਬੇਟਾ ਤੂੰ ਵਾਪਸ ਕਿਉਂ ਆ ਗਿਆ? ਮਾਂ ਦਾ ਫਿਰ ਤੋਂ ਉਹੀ ਸਵਾਲ। ਇਸ ਵਾਰ ਮੇਰਾ ਦਿਮਾਗ ਖਰਾਬ ਹੋ ਚੁੱਕਿਆ ਸੀ। ਮੇਰਾ ਦਿਲ ਪਹਿਲੇ ਹੀ ਆਪਣੇ ਨੁਕਸਾਨ ਨਾਲ ਬੁਝਿਆ ਹੋਇਆ ਸੀ। ਉੱਤੋਂ ਮਾਂ ਦੇ ਇਸ ਸਵਾਲ ਨੇ ਮੈਨੂੰ ਗੁੱਸੇ ਨਾਲ ਅੱਗ ਬਬੂਲਾ ਕਰ ਦਿੱਤਾ ਤੇ ਮੈਂ ਮੇਜ਼ 'ਤੇ ਪਈਆਂ ਸਾਰੀਆਂ ਚੀਜ਼ਾਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਆਪਣੇ ਵਾਲ ਮੁੱਠੀ ਵਿੱਚ ਫੜ ਕੇ ਬਾਅਦ ਵਿੱਚ ਮਾਂ ਦੇ ਸਾਹਮਣੇ ਹੱਥ ਜੋੜ ਕੇ ਬੋਲਿਆ ਕਿ ਰੱਬ ਦੇ ਲਈ ਬਸ ਵੀ ਕਰ ਦਿਆ ਕਰੋ। ਤੰਗ ਆ ਗਿਆ ਹਾਂ ਤੁਹਾਡੇ ਇਹਨਾਂ ਸਵਾਲਾਂ ਤੋਂ। ਤੁਸੀਂ ਪੂਰੀ ਤਰ੍ਹਾਂ ਪਾਗਲ ਹੋ ਚੁੱਕੇ ਹੋ। ਹਰ ਵਕਤ ਤੁਹਾਨੂੰ ਹਰ ਜਗ੍ਹਾ ਮੈਂ ਹੀ ਨਜ਼ਰ ਆਉਂਦਾ ਹਾਂ। ਤੁਹਾਡੇ ਇਸ ਤਰ੍ਹਾਂ ਦੇ ਫਾਲਤੂ ਦੇ ਸਵਾਲਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਆ। ਬਸ ਉਸ ਸਮੇਂ ਮੇਰੇ ਮੂੰਹ ਵਿੱਚ ਜੋ ਆਇਆ ਬੋਲਦਾ ਚਲਿਆ ਗਿਆ। ਮਾਂ ਬਸ ਇੱਕ ਜਗ੍ਹਾ ਬੈਠੀ ਦੇਖਦੀ ਰਹਿ ਗਈ। ਭੱਜਦੀ ਦੌੜਦੀ ਨੇਹਾ ਉੱਥੇ ਪਹੁੰਚ ਗਈ ਤੇ ਮੈਨੂੰ ਇਸ ਕਦਰ ਗੁੱਸੇ ਵਿੱਚ ਦੇਖ ਕੇ ਕਹਿਣ ਲੱਗੀ, ਤੁਸੀਂ ਕਿਉਂ ਇਸ ਲਹਿਜੇ ਵਿੱਚ ਮਾਂ ਜੀ ਨਾਲ ਗੱਲ ਕਰ ਰਹੇ ਹੋ? ਜਾਣਦੇ ਹੋ ਕਿ ਉਹ ਬੁੱਢੇ ਹੋ ਚੁੱਕੇ ਹਨ, ਉਹਨਾਂ ਦਾ ਕੀ ਕਸੂਰ ਹੈ? ਮੈਂ ਕਿਹਾ, ਮੈਮ ਤੰਗ ਆ ਗਿਆ ਹਾਂ ਇਹਨਾਂ ਦੇ ਫਾਲਤੂ ਦੇ ਸਵਾਲਾਂ ਤੋਂ। ਨੇਹਾ ਮੈਨੂੰ ਕਮਰੇ ਵਿੱਚ ਲੈ ਗਈ। ਮੇਰੇ ਇੱਦਾਂ ਚੀਕਣ ਚਲਾਉਣ ਨਾਲ ਮੇਰਾ ਸਾਹ ਬੁਰੀ ਤਰ੍ਹਾਂ ਫੁੱਲ ਰਿਹਾ ਸੀ। ਗੱਲ ਆਈ ਗਈ ਹੋ ਗਈ। ਅਗਲੇ ਦਿਨ ਮੈਂ ਘਰ ਆਇਆ ਤਾਂ ਮੇਰੀ ਮਾਂ ਮੈਨੂੰ ਦੇਖ ਕੇ ਇਸ ਵਾਰ ਕੁਝ ਨਹੀਂ ਬੋਲੀ। ਸ਼ਾਇਦ ਮੇਰੇ ਕੱਲ੍ਹ ਵਾਲੇ ਰਵੱਈਏ ਨੂੰ ਯਾਦ ਕਰਕੇ ਉਹ ਚੁੱਪ ਹੋ ਕੇ ਰਹਿ ਗਈ ਸੀ। ਮੈਂ ਪਹਿਲੀ ਵਾਰ ਮਾਂ ਨਾਲ ਇਸ ਲਹਿਜੇ ਵਿੱਚ ਗੱਲ ਕੀਤੀ ਸੀ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮੈਂ ਉਹਨਾਂ ਤੋਂ ਮਾफ़ੀ ਮੰਗਣ ਲੱਗਾ। ਉਹਨਾਂ ਨੇ ਆਪਣੇ ਦੁਪੱਟੇ ਦੇ ਪੱਲੂ ਨਾਲ ਆਪਣੀਆਂ ਅੱਖਾਂ ਵਿੱਚ ਆਉਣ ਵਾਲਾ ਪਾਣੀ ਸਾਫ਼ ਕੀਤਾ ਤੇ ਫਿਰ ਕਹਿਣ ਲੱਗੀ, ਕੋਈ ਗੱਲ ਨਹੀਂ, ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਚੰਗੀ ਗੱਲ ਹੈ। ਮੇਰੇ ਦਿਲ ਨੂੰ ਅਜੀਬ ਜਿਹੀ ਬੇਚੈਨੀ ਨੇ ਜਕੜ ਲਿਆ ਸੀ। ਮੈਂ ਆਲੇ ਦੁਆਲੇ ਨਜ਼ਰ ਦੌੜਾਈ। ਮੇਰੀ ਪਤਨੀ ਕਿੱਥੇ ਸੀ? ਰਸੋਈ ਵੀ ਖਾਲੀ ਸੀ। ਮੈਂ ਉਸ ਨੂੰ ਕਿੰਨੀਆਂ ਆਵਾਜ਼ਾਂ ਦਿੱਤੀਆਂ ਪਰ ਉਸ ਦਾ ਕੋਈ ਜਵਾਬ ਨਾ ਆਇਆ। ਮੈਨੂੰ ਹੈਰਾਨੀ ਹੋਈ। ਉਦੋਂ ਮਾਂ ਕੰਧ ਦਾ ਸਹਾਰਾ ਲੈਂਦੀ ਹੋਈ ਮੇਰੇ ਕਮਰੇ ਤੱਕ ਪਹੁੰਚ ਗਈ ਤੇ ਬੋਲੀ ਕਿ ਬੇਟਾ, ਨੇਹਾ ਤਾਂ ਆਪਣੇ ਪੇਕੇ ਚਲੀ ਗਈ ਹੈ, ਭੁੱਲ ਗਿਆ ਹੈ? ਕੁਝ ਦੇਰ ਪਹਿਲਾਂ ਤੂੰ ਖੁਦ ਹੀ ਤਾਂ ਉਸ ਨੂੰ ਲੈਣ ਆਇਆ ਸੀ। ਮਾਂ ਦੇ ਸ਼ਬਦ ਮੇਰੇ ਉੱਪਰ ਕਿਸੇ ਬੰਬ ਦੀ ਤਰ੍ਹਾਂ ਡਿੱਗੇ ਸੀ। ਮੈਂ ਘਰ ਵਿੱਚ ਮੌਜੂਦ ਦੂਸਰੇ ਮੋਬਾਈਲ ਤੋਂ ਨੇਹਾ ਨੂੰ ਕਾਲ ਕੀਤੀ, ਜਿਸ ਨੂੰ ਕੁਝ ਦੇਰ ਬਾਅਦ ਨੇਹਾ ਨੇ ਚੁੱਕਿਆ। ਮੈਂ ਉਸ ਨੂੰ ਪੇਕੇ ਜਾਣ ਦੀ ਵਜ੍ਹਾ ਪੁੱਛੀ ਤਾਂ ਉਹ ਬੋਲੀ ਕਿ ਉਸ ਦੀ ਮਾਂ ਦੀ ਤਬੀਅਤ ਬਹੁਤ ਖਰਾਬ ਸੀ, ਇਸ ਲਈ ਮੈਂ ਤੁਰੰਤ ਆਪਣੇ ਪੇਕੇ ਆ ਗਈ। ਹੁਣ ਉਹ 2-3 ਦਿਨ ਉੱਥੇ ਹੀ ਰਹੇਗੀ। ਉਸ ਦੇ ਰਹਿਣ ਨਾਲ ਮੈਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਮਾਂ ਦੀਆਂ ਕੁਝ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ। ਕੁਝ ਦਿਨ ਪਹਿਲਾਂ ਉਹਨਾਂ ਨੇ ਜੋ ਕਿਹਾ ਸੀ ਉਹ ਅੱਜ ਸੱਚ ਹੋਇਆ। ਉਹ ਇਤਫਾਕ ਸੀ ਜਾਂ ਇਸ ਵਿੱਚ ਕੋਈ ਹਕੀਕਤ ਵੀ ਸੀ? ਮੈਨੂੰ ਸਮਝ ਨਹੀਂ ਆ ਰਿਹਾ ਸੀ। ਮੇਰੇ ਦਿਲ 'ਤੇ ਪੱਥਰ ਪੈ ਚੁੱਕੇ ਸੀ। ਮੈਂ ਹੋਰ ਕੁਝ ਸੋਚਣਾ ਛੱਡ ਦਿੱਤਾ ਤੇ ਚੁੱਪ ਕਰਕੇ ਆਪਣੇ ਬਿਸਤਰੇ 'ਤੇ ਸੋ ਗਿਆ। ਇਹ ਸੋਚੇ ਬਗੈਰ ਕਿ ਮੈਂ ਤਾਂ ਬਾਹਰ ਤੋਂ ਖਾਣਾ ਖਾ ਕੇ ਆਇਆ ਸੀ, ਪਰ ਮੇਰੀ ਮਾਂ ਹੁਣ ਵੀ ਭੁੱਖੀ ਹੀ ਸੀ। 2 ਦਿਨ ਇੱਦਾਂ ਹੀ ਗੁਜ਼ਰ ਗਏ। ਅੱਜ ਨੇਹਾ ਨੂੰ ਪੇਕਿਆਂ ਤੋਂ ਵਾਪਸ ਆਉਣਾ ਸੀ। ਮੈਂ ਖੁਸ਼ ਸੀ, ਪਰ ਇਸ ਗੱਲ ਤੋਂ ਅਣਜਾਣ ਸੀ ਕਿ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਹੋਣ ਵਾਲਾ ਸੀ। ਮੈਂ ਅੱਜ ਕੰਮ ਤੋਂ ਜਲਦੀ ਛੁੱਟੀ ਲੈ ਕੇ ਘਰ ਆ ਗਿਆ ਸੀ। ਉਦੋਂ ਮੇਰੀ ਗੱਡੀ ਘਰ ਤੋਂ ਕੁਝ ਹੀ ਦੂਰੀ 'ਤੇ ਸੀ ਕਿ ਮੇਰੀ ਪਤਨੀ ਨੇਹਾ ਕਿਸੇ ਮੁੰਡੇ ਦੇ ਨਾਲ ਗੱਡੀ ਤੋਂ ਉਤਰੀ ਅਤੇ ਉਹ ਦੋਨੋਂ ਘਰ ਦੇ ਅੰਦਰ ਜਾ ਰਹੇ ਸੀ। ਮੇਰਾ ਦਿਮਾਗ ਬਿਲਕੁਲ ਸੁੰਨ ਹੋ ਗਿਆ ਸੀ। ਇਹ ਮੁੰਡਾ ਨਾ ਤਾਂ ਉਸ ਦਾ ਭਰਾ ਸੀ ਅਤੇ ਨਾ ਹੀ ਉਸ ਦਾ ਰਿਸ਼ਤੇਦਾਰ। ਮੈਂ ਬਹੁਤ ਮੁਸ਼ਕਲ ਨਾਲ ਖੁਦ ਨੂੰ ਸੰਭਾਲਦੇ ਹੋਏ ਖਾਮੋਸ਼ੀ ਨਾਲ ਘਰ ਦੇ ਅੱਧੇ ਖੁੱਲ੍ਹੇ ਦਰਵਾਜ਼ੇ ਤੋਂ ਅੰਦਰ ਦਾ ਦ੍ਰਿਸ਼ ਦੇਖਿਆ। ਮੇਰੀ ਮਾਂ ਕਿਸੇ ਦੇ ਨਾਲ ਗੱਲਾਂ ਕਰ ਰਹੀ ਸੀ ਅਤੇ ਉਹ ਆਦਮੀ ਹੂ-ਬ-ਹੂ ਮੇਰੀ ਆਵਾਜ਼ ਵਿੱਚ ਉਹਨਾਂ ਨਾਲ ਗੱਲ ਕਰ ਰਿਹਾ ਸੀ। ਮੈਂ ਹੱਕਾ-ਬੱਕਾ ਉੱਥੇ ਖਾਮੋਸ਼ੀ ਨਾਲ ਖੜਾ ਸਭ ਕੁਝ ਸੁਣ ਰਿਹਾ। ਮੇਰੀ ਮਾਂ ਉਸ ਤੋਂ ਪਾਣੀ ਮੰਗ ਰਹੀ ਸੀ, ਜਿੱਦਾਂ ਬੇਹੋਸ਼ੀ ਦੀ ਹਾਲਤ ਵਿੱਚ ਲੇਟੀ ਸੀ। ਉਦੋਂ ਨੇਹਾ ਨੇ ਪਾਣੀ ਦਾ ਭਰਿਆ ਗਲਾਸ ਧਾਰ ਬਣਾਉਂਦੇ ਹੋਏ ਮੇਰੀ ਮਾਂ ਦੀਆਂ ਅੱਖਾਂ 'ਤੇ ਡੋਲਣਾ ਸ਼ੁਰੂ ਕਰ ਦਿੱਤਾ ਤੇ ਫਿਰ ਕਮੀਨਗੀ ਦੇ ਨਾਲ ਹੱਸ ਕੇ ਬੋਲੀ, ਪਤਾ ਨਹੀਂ ਕਦੋਂ ਮਰੇਗੀ ਇਹ ਕਬਾਬ ਦੀ ਹੱਡੀ। ਸ਼ੁਕਰ ਹੈ ਅੰਨੀ ਹੈ, ਨਹੀਂ ਤਾਂ ਕਦੋਂ ਦਾ ਰਾਤ ਜਾਣ ਚੁੱਕੀ ਹੁੰਦੀ। ਮੇਰੀ ਪਤਨੀ ਦੀ ਇਸ ਗੱਲ 'ਤੇ ਉਹ ਵਿਅਕਤੀ ਹੱਸਿਆ। ਮੇਰਾ ਦਿਲ ਤਾਂ ਜਿੱਦਾਂ ਧੜਕਣਾ ਹੀ ਭੁੱਲ ਚੁੱਕਿਆ ਸੀ। ਮੇਰੀ ਪਤਨੀ ਉਸ ਗੈਰ ਆਦਮੀ ਦੇ ਹੱਥਾਂ ਵਿੱਚ ਹੱਥ ਪਾ ਕੇ ਖੜੀ ਮੁਸਕਰਾ ਰਹੀ ਸੀ। ਮੇਰੇ ਦਿਮਾਗ ਵਿੱਚ ਤੂਫਾਨ ਚੱਲ ਰਿਹਾ ਸੀ। ਮੇਰੀ ਪਤਨੀ ਮੈਨੂੰ ਇੰਨਾ ਵੱਡਾ ਧੋਖਾ ਕਿੱਦਾਂ ਦੇ ਸਕਦੀ? ਮੈਂ ਕਦੀ ਵੀ ਨਹੀਂ ਸੋਚਿਆ ਸੀ। ਮੈਂ ਤੁਰੰਤ ਅੱਗੇ ਵਧਿਆ ਤੇ ਘਰ ਵਿੱਚ ਆ ਗਿਆ ਅਤੇ ਉਸ ਵਿਅਕਤੀ ਨੂੰ ਗਿਰੇਬਾਨ ਤੋਂ ਫੜ ਕੇ ਮਾਰਨ ਲੱਗਾ। ਮੈਨੂੰ ਉੱਥੇ ਦੇਖ ਕੇ ਉਹ ਆਦਮੀ ਬੁਖਲਾ ਕੇ ਪਿੱਛੇ ਹਟਿਆ, ਜਦ ਕਿ ਮੇਰੀ ਮਾਂ ਵੀ ਬੇਹੋਸ਼ੀ ਦੀ ਹਾਲਤ ਵਿੱਚ ਰੌਲਾ ਸੁਣ ਕੇ ਰੋਣ ਲੱਗੀ। ਮੈਂ ਉਸ ਆਦਮੀ ਨੂੰ ਕੁੱਟ ਕੇ ਉੱਥੇ ਹੀ ਸੁੱਟਿਆ ਅਤੇ ਫਿਰ ਨੇਹਾ ਦੇ ਵੱਲ ਵੇਖ ਗਿਆ, ਜੋ ਇੱਕ ਕੋਨੇ ਵਿੱਚ ਸਹਿਮ ਕੇ ਖੜੀ ਸੀ। ਮੇਰੀਆਂ ਅੱਖਾਂ ਵਿੱਚ ਗਮ ਅਤੇ ਗੁੱਸੇ ਦੇ ਅੱਥਰੂ ਆ ਚੁੱਕੇ ਸੀ। ਮੈਨੂੰ ਉਦੋਂ ਉੱਥੋਂ ਧੋਖਾ ਮਿਲਿਆ ਸੀ ਜਿੱਥੋਂ ਮੈਨੂੰ ਉਮੀਦ ਹੀ ਨਹੀਂ ਸੀ। ਉਹ ਡਰਦੇ ਮਾਰੇ ਮੇਰੇ ਪੈਰਾਂ ਵਿੱਚ ਡਿੱਗ ਕੇ ਮਾफ़ੀ ਮੰਗਣ ਲੱਗੀ। ਉਹ ਰੋਂਦੇ ਹੋਏ ਬੋਲੀ, ਮੈਨੂੰ ਮਾफ़ ਕਰ ਦਿਓ,
ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਇਹ ਮੁੰਡਾ ਮੈਨੂੰ ਫਸਾ ਰਿਹਾ ਸੀ। ਮੈਂ ਸਿਰਫ ਤੈਨੂੰ ਮੁਹੱਬਤ ਕਰਦੀ ਹਾਂ। ਉਸ ਦੀਆਂ ਗੱਲਾਂ ਸੁਣ ਕੇ ਇਹ ਹਜੇ ਵੀ ਜਾਰੀ ਸੀ ਕਿ ਉਹ ਮੁੰਡਾ ਝੱਟ ਉੱਠ ਕੇ ਬੋਲਿਆ, ਝੂਠੀ ਲੜਕੀ, ਨਾ ਪਤੀ ਨਾਲ ਵਫਾ ਕੀਤੀ, ਨਾ ਮੇਰੀ ਮੁਹੱਬਤ ਦਾ ਲਿਹਾਜ਼ ਰੱਖਿਆ। ਦੱਸ ਕਿਉਂ ਨਹੀਂ ਦਿੰਦੀ ਕਿ ਤੂੰ ਵਿਆਹ ਤੋਂ ਪਹਿਲਾਂ ਹੀ ਮੈਨੂੰ ਪਸੰਦ ਕਰਦੀ ਸੀ ਅਤੇ ਮੈਂ ਰੋਜ਼ਾਨਾ ਤੈਨੂੰ ਮਿਲਣ ਆਇਆ ਕਰਦਾ ਸੀ। ਇੰਨੀ ਆਸਾਨੀ ਨਾਲ ਸਾਰਾ ਚਿੱਕੜ ਮੇਰੇ 'ਤੇ ਸੁੱਟ ਕੇ ਖੁਦ ਸਾਈਡ 'ਤੇ ਹੋ ਰਹੀ ਹਾਂ। ਉਸ ਮੁੰਡੇ ਦੀਆਂ ਗੱਲਾਂ ਜੇਕਰ ਮੈਂ ਹੋਰ ਸੁਣਦਾ ਤਾਂ ਸ਼ਾਇਦ ਮੇਰਾ ਦਿਲ ਫਟ ਜਾਂਦਾ। ਮੈਂ ਉਸ ਦੇ ਵੱਲ ਵਧਦਾ। ਇਸ ਤੋਂ ਪਹਿਲਾਂ ਹੀ ਉਹ ਉੱਥੋਂ ਖੁਦ ਨੂੰ ਛੁਡਵਾ ਕੇ ਭੱਜ ਨਿਕਲਿਆ ਸੀ। ਡਰ ਨਾਲ ਪੀਲਾ ਚਿਹਰਾ ਲੈ ਕੇ ਨੇਹਾ ਮੈਨੂੰ ਦੇਖ ਕੇ ਰੋ ਰਹੀ ਸੀ। ਮੈਨੂੰ ਇੱਕ ਪਲ ਵਿੱਚ ਉਸ ਤੋਂ ਨਫ਼ਰਤ ਹੋਣ ਲੱਗੀ ਸੀ। ਮੈਂ ਨਾ ਚਾਹੁੰਦੇ ਹੋਏ ਵੀ ਅੱਥਰੂ ਨਹੀਂ ਰੋਕ ਸਕਿਆ। ਉਹ ਕਦੀ ਮੇਰੇ ਮਾਂ ਦੇ ਪੈਰਾਂ ਵਿੱਚ ਡਿੱਗ ਰਹੀ ਸੀ ਅਤੇ ਕਦੇ ਮੇਰੇ ਪੈਰਾਂ ਵਿੱਚ ਗਿੜਗੜਾ ਰਹੀ ਸੀ। ਇਸ ਦੀ ਵਜ੍ਹਾ ਨਾਲ ਮੈਂ ਆਪਣੀ ਮਾਂ 'ਤੇ ਸ਼ੱਕ ਕੀਤਾ ਸੀ। ਮੈਂ ਕੰਮ ਦੇ ਬੁੱਲ੍ਹਾਂ ਨਾਲ ਉਸ ਨੂੰ ਸਿਰਫ ਇੰਨਾ ਕਿਹਾ ਕਿ ਤੂੰ ਇਸ ਕਾਬਿਲ ਨਹੀਂ ਰਹੀ ਕਿ ਹੁਣ ਮੈਂ ਤੈਨੂੰ ਥੱਪੜ ਮਾਰਨ ਦੇ ਲਈ ਆਪਣਾ ਹੱਥ ਗੰਦਾ ਕਰਾਂ। ਤੂੰ ਮੇਰੇ ਨਾਲ ਬੇਵਫਾਈ ਕੀਤੀ ਹੈ, ਮੇਰੀ ਮਾਂ ਨੂੰ ਸਤਾਇਆ ਹੈ ਅਤੇ ਮੈਨੂੰ ਉਹਨਾਂ ਦੇ ਖਿਲਾਫ ਕੀਤਾ ਹੈ। ਮੈਂ ਆਪਣੀ ਪਤਨੀ ਨੂੰ ਉਸੇ ਵਕਤ ਘਰ 'ਚੋਂ ਕੱਢ ਦਿੱਤਾ। ਵਾਪਸ ਆ ਕੇ ਰੋਂਦੇ ਹੋਏ ਆਪਣੀ ਮਾਂ ਨੂੰ ਪਾਣੀ ਪਿਲਾਇਆ ਅਤੇ ਫਿਰ ਉਹਨਾਂ ਦੇ ਕਦਮਾਂ ਵਿੱਚ ਡਿੱਗ ਕੇ ਕਿੰਨੀ ਹੀ ਦੇਰ ਤੱਕ ਰੋਂਦਾ ਰਿਹਾ। ਮੈਂ ਉਹਨਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਕੀਤਾ, ਜਦ ਕਿ ਉਹ ਹਰ ਗੱਲ ਮੈਨੂੰ ਸੱਚ ਦੱਸਦੀ ਰਹੀ। ਮਾਂ ਨੇ ਮੈਨੂੰ ਆਪਣੇ ਕੋਲ ਬਿਠਾਇਆ ਅਤੇ ਮੇਰੇ ਅੱਥਰੂ ਪੂੰਝਦੇ ਹੋਏ ਬੋਲੀ, ਬੇਟਾ, ਮੈਂ ਤੇਰਾ ਘਰ ਬਚਾਉਣ ਦੇ ਲਈ ਕਿੰਨੇ ਦਿਨਾਂ ਤੋਂ ਚੁੱਪ ਰਹੀ। ਤੇਰੀ ਪਤਨੀ ਨਾ ਮੈਨੂੰ ਵਕਤ 'ਤੇ ਖਾਣਾ ਦਿੰਦੀ ਸੀ ਅਤੇ ਨਾ ਹੀ ਦਵਾਈ। ਪਤਾ ਨਹੀਂ ਉਹ ਕਿਹੜੀ ਗੋਲੀ ਮੈਨੂੰ ਜ਼ਬਰਦਸਤੀ ਖਿਲਾਉਂਦੀ ਸੀ, ਜਿਸ ਤੋਂ ਬਾਅਦ ਮੈਨੂੰ ਲੱਗਦਾ ਸੀ ਕਿ ਮੇਰਾ ਸਿਰ ਹਵਾ ਵਿੱਚ ਘੁੰਮ ਰਿਹਾ ਹੈ। ਮੈਂ ਬਹਿਕੀਆਂ ਗੱਲਾਂ ਕਰਦੀ ਸੀ, ਪਰ ਉਹ ਗੱਲਾਂ ਸੱਚ ਹੁੰਦੀਆਂ ਸੀ। ਉਹ ਮੈਨੂੰ ਦੱਸ ਰਹੀ ਸੀ ਕਿ ਨੇਹਾ ਉਹਨਾਂ ਨੂੰ ਪੂਰਾ ਦਿਨ ਭੁੱਖੇ ਰੱਖਦੀ ਸੀ, ਪਰ ਹਾਂ, ਤੇਰੇ ਆਉਣ ਤੋਂ ਪਹਿਲਾਂ ਮੇਰੇ ਸਾਹਮਣੇ ਖਾਣਾ ਜ਼ਰੂਰ ਰੱਖ ਦਿੰਦੀ ਸੀ ਤਾਂ ਕਿ ਤੈਨੂੰ ਸ਼ੱਕ ਨਾ ਹੋਵੇ। ਉਹ ਆਦਮੀ ਆਵਾਜ਼ ਕੱਢਣ ਵਿੱਚ ਮਾਹਿਰ ਸੀ, ਇਸ ਲਈ ਮੇਰੀ ਆਵਾਜ਼ ਮੇਰੀ ਮਾਂ ਦੇ ਸਾਹਮਣੇ ਕੱਢ ਕੇ ਉਹਨਾਂ ਨਾਲ ਗੱਲਾਂ ਕਰਦਾ ਸੀ। ਮੇਰੀ ਪਤਨੀ ਦੇ ਨਾਲ ਉਹ ਹਰ ਤਰ੍ਹਾਂ ਦੇ ਸਬੰਧ ਬਣਾ ਚੁੱਕਿਆ ਸੀ। ਮੇਰੀ ਮਾਂ ਨੂੰ ਨੀਂਦ ਦੀ ਦਵਾਈ ਵੀ ਮੇਰੀ ਪਤਨੀ ਜ਼ਬਰਦਸਤੀ ਖਿਲਾਉਂਦੀ ਸੀ। ਮੇਰੀ ਮਾਂ ਦਾ ਹੱਥ ਵੀ ਉਹਨਾਂ ਨੇ ਸਾੜਿਆ ਸੀ। ਮੇਰੀ ਮਾਂ ਰੋ ਰੋ ਕੇ ਹਰ ਗੱਲ ਮੈਨੂੰ ਦੱਸਦੀ ਰਹੀ। ਫਿਰ ਕਹਿਣ ਲੱਗੀ, ਜਾਣਦੇ ਹੋ ਬੇਟਾ, ਮੈਨੂੰ ਤਕਲੀਫ ਉਸ ਦੇ ਰਵੱਈਏ ਤੋਂ ਨਹੀਂ, ਤੇਰੀਆਂ ਗੱਲਾਂ ਤੋਂ ਹੁੰਦੀ ਸੀ। ਉਹ ਤਾਂ ਪਰਾਈ ਸੀ, ਪਰ ਤੂੰ ਤਾਂ ਮੇਰਾ ਬੇਟਾ ਸੀ। ਫਿਰ ਵੀ ਮੇਰਾ ਦਿਲ ਦਿਖਾਉਂਦਾ ਰਿਹਾ। ਮਾਂ ਦੇ ਨਰਮੀ ਨਾਲ ਬੋਲੇ ਗਏ ਸ਼ਬਦ ਮੇਰਾ ਸਰੀਰ ਝੰਜੋੜ ਰਹੇ ਸੀ। ਮੈਂ ਦਿਹਾੜੇ ਮਾਰ ਕੇ ਰੋਣ ਲੱਗਾ ਅਤੇ ਉਹਨਾਂ ਤੋਂ ਮਾफ़ੀ ਮੰਗਣ ਲੱਗਾ। ਉਹਨਾਂ ਨੇ ਮੈਨੂੰ ਫਿਰ ਤੋਂ ਸੀਨੇ ਨਾਲ ਲਗਾ ਲਿਆ। ਕੁਝ ਦਿਨਾਂ ਵਿੱਚ ਹੀ ਮੈਂ ਨੇਹਾ ਤੋਂ ਤਲਾਕ ਲੈ ਕੇ ਉਸ ਨਾਲ ਉਹ ਹਰ ਰਿਸ਼ਤਾ ਖ਼ਤਮ ਕਰ ਦਿੱਤਾ ਅਤੇ ਆਪਣੀ ਮਾਂ ਦੀ ਦੇਖਭਾਲ ਦੇ ਲਈ ਇੱਕ ਨਰਸ ਨੂੰ ਰੱਖ ਲਿਆ। ਨੇਹਾ ਤੋਂ ਵਿਛੜੇ ਹੋਏ ਮੈਨੂੰ ਕਈ ਸਾਲ ਬੀਤ ਚੁੱਕੇ ਹਨ। ਮਾਂ ਦਾ ਕਹਿਣਾ ਹੈ ਕਿ ਮੈਂ ਵਿਆਹ ਕਰ ਲਵਾਂ, ਪਰ ਮੇਰਾ ਦਿਲ ਕਿਸੇ ਤਰ੍ਹਾਂ ਨਹੀਂ ਮੰਨਦਾ। ਮੈਂ ਨਹੀਂ ਚਾਹੁੰਦਾ ਕਿ ਇੱਕ ਵਾਰ ਫਿਰ ਮੇਰੇ ਜਾਂ ਮੇਰੀ ਮਾਂ ਦੇ ਨਾਲ ਉਹੀ ਕੁਝ ਹੋਵੇ ਜੋ ਪਹਿਲੇ ਹੋਇਆ। ਭਰੋਸਾ ਜਦੋਂ ਖਤਮ ਹੋ ਜਾਏ ਤਾਂ ਸਿਰਫ ਇੱਕ ਆਦਮੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਮੌਜੂਦ ਸਾਰੇ ਲੋਕਾਂ ਨਾਲ ਖਤਮ ਹੋ ਜਾਂਦਾ ਹੈ। ਮੇਰਾ ਹੁਣ ਔਰਤ ਜਾਤ ਤੋਂ ਹੀ ਯਕੀਨ ਉੱਠ ਚੁੱਕਿਆ ਹੈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।